A very good day to all. My name is Navneet Kaur, assistant professor in history. Now we will start the topic of a Maurya, the Maurya. ठीक है, ਦ ਮੌਰੀਆ ਦੇ ਵਿੱਚ ਅਸੀਂ ਉਹਨਾਂ ਦੀ ਇਕਨੋਮਿਕ ਕੰਡੀਸ਼ਨ ਯਾਨੀ ਕਿ ਇਕਨੋਮਿਕ ਲਾਈਫ ਮੌਰੀਆ ਦੀ ਕਿੱਦਾਂ ਦੀ ਸੀ, ਮੌਰੀਆ ਲੋਕਾਂ ਦੀ ਇਕਨੋਮਿਕ ਜਿਹੜੀ ਲਾਈਫ ਹੈ ਉਹ ਕਿਸ ਤਰ੍ਹਾਂ ਦੀ ਸੀ, ਉਸ ਦੇ ਬਾਰੇ ਵਿੱਚ ਅਸੀਂ ਅੱਜ ਗੱਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਮੌਰੀਆ ਲੋਕਾਂ ਦੀ ਇਕਨੋਮਿਕਲ ਜਿਹੜਾ ਹੈਗਾ ਇਕਨੋਮਿਕ ਲਾਈਫ ਦੇ ਬਾਰੇ ਗੱਲ ਕਰਨ ਦੇ ਲਈ ਫਸਟ ਅਸੀਂ ਕਰਾਂਗੇ ਐਗਰੀਕਲਚਰ ਲਾਈਫ ਉਹਨਾਂ ਦੀ ਕਿਸ ਤਰ੍ਹਾਂ ਦੀ ਸੀ। ਫਸਟ ਆਫ ਆਲ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਐਗਰੀਕਲਚਰ ਸੀ ਉਹਦੇ ਵਿੱਚ ਮੌਰੀਆ ਟਾਈਮ ਪੀਰੀਅਡ ਦੇ ਜਿਹੜੇ ਲੋਕ ਸੀ ਉਹ ਖੇਤੀਬਾੜੀ ਡੈਟ ਮੀਨਸ ਐਗਰੀਕਲਚਰ ਨੂੰ ਬਹੁਤ ਜ਼ਿਆਦਾ ਪ੍ਰੈਫਰ ਕਰਦੇ ਸੀ। ਠੀਕ ਹੈ, ਅਗਰ ਮੰਨ ਲਓ ਕਿ ਜਿਹੜੀ ਜ਼ਮੀਨ ਹੈਗੀ ਹੈ ਜਿਹਦੇ ਵਿੱਚ ਕੁਛ ਨਹੀਂ ਉਗਦਾ ਹੈਗਾ, ਜਿਸ ਨੂੰ ਅਸੀਂ ਬੰਜਰ ਜ਼ਮੀਨ ਬੋਲ ਦਿੰਦੇ ਹੈਗੇ ਆ, ਠੀਕ ਹੈ, ਤੋ ਉਹ ਜ਼ਮੀਨ ਡੈਜ਼ਰਟ ਏਰੀਆ ਜਿਸ ਨੂੰ ਅਸੀਂ ਬੋਲ ਦਿੰਦੇ ਹਾਂ, ਉਹ ਜ਼ਮੀਨ ਜਿਹੜੀ ਪੂਰੀ ਤਰ੍ਹਾਂ ਇੱਕ ਕਿਸਮ ਦੀ ਡਰਾਈ ਹੈਗੀ ਆ, ਬੰਜਰ ਹੈਗੀ ਹੈ, ਠੀਕ ਹੈ, ਸੁੱਕੀ ਹੋਈ ਹੈ, ਤੇ ਉਸ ਜ਼ਮੀਨ ਦੇ ਉੱਤੇ ਕੁਝ ਉਗਾਉਣਾ ਬਹੁਤ ਜ਼ਿਆਦਾ ਮੁਸ਼ਕਿਲ ਸੀਗਾ, ਜਿਹਦੇ ਕਰਕੇ ਉੱਥੋਂ ਦੇ ਜਿਹੜੇ ਰਾਜੇ ਮਹਾਰਾਜੇ ਉਸ ਟਾਈਮ ਪੀਰੀਅਡ ਦੇ ਸੀ ਉਹ ਜ਼ਿਆਦਾ ਤੋਂ ਜ਼ਿਆਦਾ ਉਸ ਨੂੰ ਇੱਕ ਕਿਸਮ ਦਾ ਹਾਰਵੈਸਟਿੰਗ ਡੈਟ ਮੀਨਸ ਕਿ ਇੱਕ ਸਿੰਚਾਈ ਕਰਕੇ ਉਸ ਜ਼ਮੀਨ ਨੂੰ ਅੱਛੇ ਤੋਂ ਅੱਛਾ ਬਣਾਉਣ ਦੀ ਕੋਸ਼ਿਸ਼ ਕਰਦੇ ਸੀਗੇ, ਤਾਂ ਜੋ ਮਤਲਬ ਉਸ ਟਾਈਮ ਪੀਰੀਅਡ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਖਾਣ ਦੇ ਲਈ ਵੱਧ ਤੋਂ ਵੱਧ ਜਿਹੜਾ ਹੈਗਾ ਵੀਟ ਅਨਾਜ, ਠੀਕ ਹੈ, ਦਿੱਤਾ ਜਾਵੇ। ਉਸ ਤੋਂ ਬਾਅਦ ਹੈਗਾ ਵਾ ਕਹਿੰਦੇ ਕਿ ਜਿਹੜੇ ਸੈਨਿਕ ਹੁੰਦੇ ਸੀ ਬਹੁਤ ਵਾਰ ਉਹ ਕੀ ਕਰਦੇ ਸੀਗੇ ਕਿ ਜਿਹੜੇ ਸੈਨਿਕ ਸੀਗੇ ਜਦੋਂ ਉਹ ਯੁੱਧ ਖੇਤਰ ਦੇ ਵਿੱਚੋਂ ਲੰਘਦੇ ਸੀਗੇ, ਯੁੱਧ ਦੇ ਮੈਦਾਨ ਦੇ ਵਿੱਚ ਲਈ ਜਾਂਦੇ ਸੀਗੇ, ਤੇ ਜਿਹੜੀ ਜ਼ਮੀਨ ਹੁੰਦੀ ਸੀ ਜਿੱਥੇ ਕੁਝ ਉਗਾਇਆ ਹੁੰਦਾ ਸੀ ਉਹ ਉਸ ਜ਼ਮੀਨ ਦੇ ਵਿੱਚੋਂ ਹੋ ਕੇ ਚਲੇ ਜਾਂਦੇ ਸੀ। ਤੁਸੀਂ ਦੇਖੋ, ਤੁਸੀਂ ਇੱਕ ਜ਼ਮੀਨ ਉਗਾਈ ਹੈਗੀ ਆ, ਤੁਸੀਂ ਇੱਕ ਹਲਕੀ ਫੁਲਕੀ ਰੇਨ ਜਦੋਂ ਹੁੰਦੀ ਹੈ, ਠੀਕ ਹੈ, ਜ਼ਮੀਨ ਦੇ ਵਿੱਚ ਅਸੀਂ ਕੁਝ ਉਗਾ ਰਹੇ ਹੈਗੇ ਆ, ਰੇਨ ਹੋ ਜਾਂਦੀ ਹੈ, ਬਹੁਤ ਹੈਵੀਲੀ ਰੇਨ ਹੋ ਜਾਂਦੀ ਹੈ, ਅਗਰ ਸਾਡੀ ਜਿਹੜੀ ਫਸਲ ਹੈ ਉਸ ਨੂੰ ਦੇ ਲਈ ਉਹ ਸੂਟੇਬਲ ਨਹੀਂ ਹੈ ਤੇ ਕਿੰਨੀ ਪਰੇਸ਼ਾਨੀ ਹੋ ਜਾਂਦੀ ਹੈ। ਠੀਕ ਹੈ, ਉਸ ਟਾਈਮ ਪੀਰੀਅਡ ਦੇ ਵਿੱਚ ਤਾਂ ਯੁੱਧ ਹੀ ਇੰਨੇ ਜ਼ਿਆਦਾ ਹੁੰਦੇ ਸੀਗੇ ਕਿ ਲੋਕਾਂ ਦੀ ਬਣੀ ਬਣਾਈ ਜਿਹੜੀ ਫਸਲ ਹੈਗੀ ਆ, ਘੋੜੇ ਹਾਥੀ ਜਿਹੜੇ ਹੁੰਦੇ ਸੀਗੇ ਜਦੋਂ ਵਿੱਚੋਂ ਲੰਘ ਜਾਂਦੇ ਸੀਗੇ ਤੇ ਪੂਰੀ ਦੀ ਪੂਰੀ ਜ਼ਮੀਨ ਜਿਹੜੀ ਹੈ ਖਰਾਬ ਹੋ ਜਾਂਦੀ ਸੀ। ਤਾਂ ਮੌਰੀਆ ਟਾਈਮ ਪੀਰੀਅਡ ਦੇ ਜਿਹੜੇ ਰਾਜੇ ਮਹਾਰਾਜੇ ਸੀ ਉਹਨਾਂ ਨੇ ਡਿਸਾਈਡ ਕੀਤਾ ਸੀਗਾ ਕਿ ਅਗਰ ਕੋਈ ਪਰਸਨ ਜਿਹੜਾ ਹੈਗਾ ਇਸ ਜ਼ਮੀਨ ਦੇ ਵਿੱਚੋਂ ਦੀ ਜਾਏਗਾ, ਦੈਨ ਜਿੰਨੀ ਜ਼ਮੀਨ ਜਿਹੜੀ ਹੈਗੀ ਨਸ਼ਟ ਹੋਈ ਹੈ, ਜਿੰਨੀ ਜ਼ਮੀਨ ਜਿਹੜੀ ਹੈਗੀ ਹੈ ਡਿਸਟਰੋਏ ਹੋਈ ਹੈ, ਖਤਮ ਹੋਈ ਹੈ, ਖਰਾਬ ਹੋਈ ਹੈ, ਠੀਕ ਹੈ, ਤਾਂ ਉਸ ਜ਼ਮੀਨ ਦਾ ਜਿਹੜਾ ਪੈਸਾ ਹੈਗਾ ਵਾ ਉਸਦੇ ਵੱਲੋਂ ਦਿੱਤਾ ਜਾਏਗਾ, ਯਾਨੀ ਕਿ ਰਾਜੇ ਦੇ ਵੱਲੋਂ ਦਿੱਤਾ ਜਾਏਗਾ। ਉਸ ਤੋਂ ਬਾਅਦ ਹੈਗਾ ਇੰਡਸਟਰੀਜ਼ ਕਿਹੜੀਆਂ ਸੀ। ਇੰਡਸਟਰੀਜ਼ ਦੇ ਮਤਲਬ ਹੈਗਾ ਜਿੱਦਾਂ ਸੂਤੀ ਕੱਪੜਾ, ਉੱਨੀ ਕੱਪੜਾ, ਰੇਸ਼ਮੀ ਕੱਪੜਾ, ਤੇ ਤੁਹਾਨੂੰ ਮੈਂ ਦੱਸਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਹੈਗਾ ਪੰਜਾਬ ਦੇ ਵਿੱਚ ਤਿਆਰ ਕੀਤੀਆਂ ਜਾਂਦੀਆਂ ਸੀਗੀਆਂ, ਰੈਡੀ ਕੀਤੀਆਂ ਜਾਂਦੀਆਂ ਸੀ। ਇਸ ਤੋਂ ਇਲਾਵਾ ਸੋਨਾ, ਚਾਂਦੀ, ਤਾਂਬਾ, ਲੋਹਾ, ਠੀਕ ਹੈ ਨਾ, ਜਸਟ ਮਤਲਬ ਗੋਲਡ, ਠੀਕ ਹੈ, ਜਾਂ ਫਿਰ ਕਹਿ ਲਓ ਕਿ ਸਿਲਵਰ, ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ, ਜਾਂ ਫਿਰ ਕਹਿ ਲਓ ਕਿ ਇੱਕ ਜਿੱਦਾਂ ਕਹਿ ਲਓ ਕਿ ਵੈਪਨਸ ਵਗੈਰਾ, ਹਥਿਆਰ ਵਗੈਰਾ, ਠੀਕ ਹੈ, ਜਵੈਲਰੀ ਵਗੈਰਾ, ਠੀਕ ਹੈ, ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਇਹ ਜਿਹੜਾ ਸਮਾਨ ਹੈਗਾ ਵਾ ਉੱਥੋਂ ਦੇ ਇਲਾਕੇ ਦੇ ਲੋਕ ਈਜ਼ੀਲੀ ਆਪਣੇ ਆਪ ਹੀ ਤਿਆਰ ਕਰ ਲੈਂਦੇ ਸੀਗੇ। ਠੀਕ ਹੈ, ਉਸ ਤੋਂ ਬਾਅਦ ਹੈ ਡੋਮੈਸਟਿਕ ਆਫ ਐਨੀਮਲਸ, ਮਤਲਬ ਕਿ ਜਿਹੜੇ ਐਨੀਮਲ ਜਿਹੜੇ ਆਪਾਂ ਕਹਿੰਦੇ ਆ ਘਰੇਲੂ, ਠੀਕ ਹੈ, ਜਿਹੜੇ ਆਪਾਂ ਘਰਾਂ ਦੇ ਵਿੱਚ ਜਿਨ੍ਹਾਂ ਦੀ ਪਾਲਣ ਪੋਸ਼ਣ ਕਰ ਸਕਦੇ ਹਾਂ। ਸਮਟਾਈਮ ਬੱਚੇ ਕੁਝ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਬਾਰੇ ਵਿੱਚ ਅਗਰ ਅਸੀਂ ਨਾ ਵੀ ਪੜ੍ਹੀਏ ਤੇ ਦੈਨ ਸਾਨੂੰ ਉਹਨਾਂ ਦਾ ਆਨਸਰ ਆਉਣਾ ਚਾਹੀਦਾ ਹੈ। ਠੀਕ ਹੈ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿੱਦਾਂ ਮੈਂ ਹੁਣ ਤੁਹਾਨੂੰ ਬੋਲਦਾ ਇਕਨੋਮਿਕ ਕੰਡੀਸ਼ਨ, ਜ਼ਰੂਰੀ ਹੈ ਕਿ ਜੋ ਬੁੱਕ 'ਚ ਹੈ ਉਹੀ ਛਾਪਣਾ ਹੈ। ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਜਿਹੜਾ ਹੈਗਾ ਵਾ ਇਤਿਹਾਸ ਚੇਂਜ ਕਰ ਦਿਓ, ਇਤਿਹਾਸ ਨਹੀਂ ਚੇਂਜ ਕਰਨਾ। ਕੁਝ ਚੀਜ਼ਾਂ ਸਾਨੂੰ ਆਲਰੇਡੀ ਪਹਿਲਾਂ ਹੀ ਪਤਾ ਹੁੰਦੀਆਂ ਨੇ, ਜਿੱਦਾਂ ਮੈਂ ਬੋਲਿਆ ਡੋਮੈਸਟਿਕ ਐਨੀਮਲਸ, ਤੇ ਆਫ ਕੋਰਸ ਹੁਣ ਡੋਮੈਸਟਿਕ ਦੇ ਵਿੱਚ ਮੈਂ ਸ਼ੇਰ ਤਾਂ ਲਿਆਉਂਗੀ ਨਹੀਂ, ਠੀਕ ਹੈ, ਕਿ ਸ਼ੇਰ ਨੂੰ ਘਰਾਂ ਦੇ ਵਿੱਚ ਪਾਲਿਆ ਜਾਂਦਾ ਸੀ, ਵਟਐਵਰ ਕੁਝ ਵੀ, ਸ਼ੇਰ ਤਾਂ ਵੈਸੇ ਵੀ ਨਹੀਂ ਪਾਲ ਸਕਦੇ ਅਸੀਂ ਘਰੇ, ਹੈ ਨਾ, ਤੋ ਨੋਰਮਲ ਜੀ ਗੱਲ ਹੈਗੀ ਆ, ਕਾਓ, ਬੁੱਲ, ਠੀਕ ਹੈ, ਗੋਡਸ, ਇਸ ਤਰ੍ਹਾਂ ਦੀਆਂ ਚੀਜ਼ਾਂ ਹੀ ਹੋਣਗੀਆਂ ਜਿਨ੍ਹਾਂ ਦੀ ਗੱਲ ਕੀਤੀ ਜਾ ਰਹੀ ਹੋਏਗੀ। ਸੋ ਇਹ ਜਿਹੜੇ ਸੀਗੇ ਐਨੀਮਲ ਜਿਹੜੇ ਸੀਗੇ ਘਰਾਂ ਦੇ ਵਿੱਚ ਰੱਖੇ ਜਾਂਦੇ ਸੀਗੇ। ਠੀਕ ਹੈ, ਉਸ ਤੋਂ ਬਾਅਦ ਆਰਗੇਨਾਈਜ਼ਡ ਸ਼੍ਰੇਣੀਜ਼, ਮਤਲਬ ਕਿ ਸੰਗਠਿਤ ਸ਼੍ਰੇਣੀਆਂ, ਜਿਹੜੀਆਂ ਸੰਗਠਿਤ ਸ਼੍ਰੇਣੀਆਂ, ਆਰਗੇਨਾਈਜ਼ਡ ਸ਼੍ਰੇਣੀ ਸੀ, ਇਹਨਾਂ ਦੀ ਜਿਹੜਾ ਇੱਕ ਲੀਡਰ ਹੁੰਦਾ ਸੀ ਉਹਨੂੰ ਬੋਲਿਆ ਜਾਂਦਾ ਸੀ ਜੇਠਕ। ਜੇਠਕ ਜਿਹੜਾ ਪਰਸਨ ਹੁੰਦਾ ਸੀ, ਇਹ ਬਹੁਤ ਸਾਰੇ ਜਿਹੜੇ ਲੇਬਰ ਕਲਾਸ ਦੇ ਪਰਸਨ ਉਸ ਆਰਗੇਨਾਈਜ਼ਡ ਦੇ ਵਿੱਚ ਕੰਮ ਕਰਦੇ ਸੀ, ਉਹਨਾਂ ਨੂੰ ਪ੍ਰੋਟੈਕਸ਼ਨ ਦੇ ਲਈ, ਉਹਨਾਂ ਦੀ ਅਪਬ੍ਰਿੰਗਿੰਗ, ਉਹਨਾਂ ਦੀ ਦੇਖਭਾਲ, ਉਹਨਾਂ ਦਾ ਪਾਲਣ ਪੋਸ਼ਣ ਕਰਨ ਦਾ ਕੰਮ ਜੇਠਕ ਪਰਸਨ ਜਿਹੜਾ ਹੁੰਦਾ ਸੀ ਉਹ ਕਰਦਾ ਸੀ। ਠੀਕ ਹੈ, ਉਸ ਬਾਰੇ ਟ੍ਰੇਡ ਰੈਗੂਲੇਸ਼ਨ, ਮਤਲਬ ਵਪਾਰਿਕ ਨਿਯਮ। ਵਪਾਰਿਕ ਨਿਯਮ ਅਗਰ ਅਸੀਂ ਮੌਰੀਆ ਟਾਈਮ ਪੀਰੀਅਡ ਦੀ ਗੱਲ ਕਰੀਏ ਤਾਂ ਮੈਂ ਤੁਹਾਨੂੰ ਦੱਸਦਾ ਕਿ ਇੱਥੇ ਮਿਲਾਵਟ ਕਰਨ ਵਾਲਿਆਂ ਨੂੰ ਸਭ ਤੋਂ ਵੱਧ ਸਜ਼ਾ ਦਿੱਤੀ ਜਾਂਦੀ ਸੀ। ਠੀਕ ਹੈ, ਸੋ ਵਸਤੂਆਂ ਦੇ ਉੱਤੇ ਜਿਹੜਾ ਮਟੀਰੀਅਲ ਵਗੈਰਾ ਸੀਗਾ ਉਹਨਾਂ ਤੇ ਸਪੈਸ਼ਲ ਜਿਹੜਾ ਸੀਗਾ ਨਿਯੰਤਰਣ, ਮਤਲਬ ਕੰਟਰੋਲ ਰੱਖਿਆ ਜਾਂਦਾ ਸੀਗਾ। ਕਹਿੰਦੇ ਕਿ ਜਿਹੜਾ ਸੀਗਾ ਜਿਹੜਾ ਤਾਂ ਸਾਡਾ ਨੋਰਮਲ ਸਾਡੇ ਇਲਾਕੇ ਦਾ ਜਿਹੜਾ ਮਾਲ ਹੁੰਦਾ ਸੀ, ਸਾਡੇ ਇਲਾਕੇ ਦੇ ਵਿੱਚ ਅਗਰ ਕੋਈ ਚੀਜ਼ਾਂ ਪ੍ਰੋਡਿਊਸ ਕੀਤੀਆਂ ਜਾਂਦੀਆਂ ਸੀ,
ਬਣਾਈਆਂ ਜਾਂਦੀਆਂ ਸੀ ਤੇ 5% ਜਿਹੜਾ ਮਾਲ ਦੂਸਰੀ ਜਗ੍ਹਾ ਤੋਂ ਸਾਡੇ ਏਰੀਆ ਦੇ ਵਿੱਚ ਆਉਂਦਾ ਸੀ ਉਹਨੂੰ ਸੀਗਾ 10% ਜਿਹੜਾ ਸੀਗਾ ਲਾਭ ਉੱਤੇ ਲਿਆ ਜਾਂਦਾ ਸੀਗਾ। ਉਸ ਤੋਂ ਬਾਅਦ ਹੈਗਾ ਐਕਸਟਰਨਲ ਐਂਡ ਇੰਟਰਨਲ ਟ੍ਰੇਡ। ਹੁਣ ਤੁਸੀਂ ਦੇਖੋ ਅੰਦਰੂਨੀ ਤੇ ਵਿਦੇਸ਼ੀ ਜਿਹੜਾ ਵਪਾਰ ਹੈਗਾ ਵਾ ਉਹ ਵੀ ਚੱਲਦਾ ਹੁੰਦਾ ਸੀਗਾ ਤੇ ਸਾਡਾ ਜਿਹੜਾ ਵਪਾਰ ਹੈਗਾ ਟ੍ਰੇਡ ਹੈਗਾ ਕਿਹੜੇ ਇਲਾਕਿਆਂ ਨਾਲ ਚੱਲਦਾ ਸੀ? ਸੀਰੀਆ, ਮਿਸਰ, ਰੋਮ, ਯੂਨਾਨ, ਦੱਖਣੀ ਪੂਰਬੀ ਏਸ਼ੀਆ ਦੇ ਜਿਹੜੇ ਦੇਸ਼ ਆ ਉਹਨਾਂ ਦੇ ਨਾਲ ਚੱਲਦਾ ਸੀ। ਹੁਣ ਅਸੀਂ ਇਹ ਵੀ ਦੱਸਣਾ ਹੈ ਕਿ ਕਿਹੜਾ ਟ੍ਰੇਡ ਚੱਲਦਾ ਸੀਗਾ, ਠੀਕ ਹੈ। ਜਿੱਦਾਂ ਸੂਤੀ ਕੱਪੜਾ, ਰੇਸ਼ਮੀ ਕੱਪੜਾ, ਦਵਾਈਆਂ, ਗਰਮ ਮਸਾਲੇ, ਠੀਕ ਹੈ, ਇਹ ਸਾਰੀਆਂ ਚੀਜ਼ਾਂ ਸਾਡੇ ਇੱਥੋਂ ਜਾਂਦੀਆਂ ਸੀਗੀਆਂ, ਠੀਕ ਹੈ, ਨਿਰਯਾਤ ਹੁੰਦੀਆਂ ਸੀਗੀਆਂ, ਠੀਕ ਹੈ। ਹੁਣ ਕਿਹੜੀਆਂ ਚੀਜ਼ਾਂ ਅਸੀਂ ਕਿਸੇ ਹੋਰ ਜਗ੍ਹਾ ਤੋਂ ਮੰਗਵਾਉਂਦੇ ਹਾਂ? ਆਫਕੋਰਸ ਗੋਲਡ, ਸਿਲਵਰ, ਠੀਕ ਹੈ, ਤੇ ਉਸ ਤੋਂ ਬਾਅਦ ਸਟੋਨ ਜਿਹੜੇ ਬਹੁਤ ਜ਼ਿਆਦਾ ਪ੍ਰੀਸ਼ੀਅਸ ਹੋਣਗੇ। ਇਹ ਸਾਰੀਆਂ ਚੀਜ਼ਾਂ ਅਸੀਂ ਕਿੱਥੋਂ ਮੰਗਵਾ ਰਹੇ ਹੈਗੇ? ਦੂਸਰੇ ਏਰੀਆ ਤੋਂ ਮੰਗਵਾ ਰਹੇ ਹਾਂ। ਉਸ ਤੋਂ ਬਾਅਦ ਤੁਹਾਡਾ ਆ ਜਾਂਦਾ ਹੈ ਕਲਚਰ ਲੀਗੇਸੀ ਆਫ ਦਾ ਮੌਰੀਆ, ਯਾਨੀ ਕਿ ਮੌਰੀਆ ਦੀ ਸੰਸਕ੍ਰਿਤੀ ਦੇਣ। ਅਸੀਂ ਦੇਖਦੇ ਹੈਗੇ ਆ ਕਿ ਮੌਰੀਆ ਜਿਹੜਾ ਹੈਗਾ ਸੰਸਕ੍ਰਿਤ ਦੇ ਵਿੱਚ ਉਹਨੂੰ ਸਾਡੀ ਕਿਹੜੀ ਦੇਣ ਹੈਗੀ? ਪਹਿਲਾ ਹੈਗਾ ਕਿ ਕਲਾ ਦੇ ਸੰਬੰਧ ਵਿੱਚ, ਆਰਟ, ਐਜੂਕੇਸ਼ਨ, ਠੀਕ ਹੈ, ਐਜੂਕੇਸ਼ਨ ਦੇ ਸੰਬੰਧ ਦੇ ਵਿੱਚ ਸਾਨੂੰ ਬਹੁਤ ਸਾਰਾ ਜਿਹੜਾ ਮਟੀਰੀਅਲ ਹੈਗਾ ਵਾ ਉਹ ਸਾਨੂੰ ਪ੍ਰੋਵਾਈਡ ਕਰਵਾਇਆ ਜਾਂਦਾ ਸੀ। ਫਸਟ ਆਫ ਆਲ ਆਰਟ ਦੇ ਵਿੱਚ ਅਸੀਂ ਕਰਾਂਗੇ ਕਿ ਆਰਟ ਕਿੱਦਾਂ ਦੀ ਸੀ ਉਸ ਟਾਈਮ ਪੀਰੀਅਡ ਦੇ ਵਿੱਚ। ਕਹਿੰਦੇ ਇੱਥੇ ਬਹੁਤ ਜ਼ਿਆਦਾ ਜਿਹੜੇ ਸੁੰਦਰ ਢੰਗ ਦੇ ਜਿਹੜੇ ਮਕਾਨ ਵਗੈਰਾ ਹੈਗੇ ਆ ਉਹ ਬਣਾਏ ਜਾਂਦੇ ਸੀਗੇ, ਠੀਕ ਹੈ। ਮਕਾਨ ਵਗੈਰਾ ਤੋਂ ਇਲਾਵਾ ਕਹਿੰਦੇ ਇਮਾਰਤਾਂ ਬਣਾਈਆਂ ਜਾਂਦੀਆਂ ਸੀ ਬਹੁਤ ਅੱਛੀਆਂ, ਜਿੰਨੀਆਂ ਕਿ ਈਜ਼ੀਲੀ ਵੇ ਦੇ ਨਾਲ ਜਿਨ੍ਹਾਂ ਨੂੰ ਡਿਸਟਰੋਏ ਅਸੀਂ ਨਹੀਂ ਕਰ ਸਕਦੇ। ਤੁਸੀਂ ਦੇਖੋ ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਹੁਣ ਤਾਂ ਅਸੀਂ ਨਾਰਮਲ ਜਿਹੜੇ ਟਾਈਲਸ ਵਗੈਰਾ ਲਗਾ ਦਿੰਦੇ ਆ ਜਿਹੜੀਆਂ ਈਜ਼ੀਲੀ ਬ੍ਰੇਕ ਹੋ ਜਾਂਦੀਆਂ, ਤੇ ਪੁਰਾਣੇ ਟਾਈਮ ਦੇ ਪੀਰੀਅਡ ਦੇ ਵਿੱਚ ਹੁਣ ਟਾਈਲਸ ਵਗੈਰਾ ਤੋਂ ਨਹੀਂ ਹੁੰਦੀਆਂ, ਠੀਕ ਹੈ। ਕੀ ਲਗਾਉਂਦੇ ਸੀ? ਪੱਥਰ ਲਗਾਉਂਦੇ ਹੁੰਦੇ ਸੀ। ਪੱਥਰ ਨੂੰ ਬ੍ਰੇਕ ਕਰਨਾ ਤਾਂ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ ਰੈਦਰ ਦੈਨ ਟਾਈਲਸ ਨੂੰ ਤਾਂ ਤੁਸੀਂ ਇੱਟ ਮਾਰ ਦੋ ਨਾ ਤਾਂ ਵੀ ਟੁੱਟ ਜਾਣਾ ਹੈਗਾ, ਠੀਕ ਹੈ ਨਾ। ਕਹਿੰਦੇ ਇਸ ਤੋਂ ਇਲਾਵਾ ਕਹਿੰਦੇ ਕਿ ਜਿਹੜਾ ਇੱਕ ਪਾਟਲੀ ਪੁੱਤਰ ਨਾਂ ਦਾ ਇਲਾਕਾ ਸੀ ਜਿਹਦੇ ਵਿੱਚ ਬਾਗ ਸੀਗੇ, ਠੀਕ ਹੈ, ਬਾਗ ਬਣਾਇਆ ਗਿਆ ਸੀ, ਫੁਵਾਰਾ, ਝੀਲ, ਮਤਲਬ ਇਸ ਤਰ੍ਹਾਂ ਦੀਆਂ ਅੱਛੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਸੀ ਜਿਹੜੀਆਂ ਕਿ ਲੋਕਾਂ ਨੂੰ ਆਪਣੇ ਵੱਲ ਅਟਰੈਕਟ ਕਰਦੀਆਂ ਸੀਗੀਆਂ। ਕਹਿੰਦੇ ਉਸ ਤੋਂ ਇਲਾਵਾ ਪਾਟਲੀ ਪੁੱਤਰ ਦੇ ਵਿੱਚ ਮੌਰੀਆ ਟਾਈਮ ਪੀਰੀਅਡ ਦੇ ਵਿੱਚ ਕਹਿੰਦੇ ਬੇਮਿਸਾਲ ਜਿਹੜੇ ਹੈਗੇ ਆ ਇੱਕ ਕਿਸਮ ਦੇ ਸਪੈਸੀਮੈਨ ਨਮੂਨੇ ਜਿਹੜੇ ਹੈਗੇ ਆ ਪੇਸ਼ ਕੀਤੇ ਜਾਂਦੇ ਸੀਗੇ। ਕਹਿੰਦੇ ਅਸ਼ੋਕ ਨੇ ਆਪਣੇ ਟਾਈਮ ਪੀਰੀਅਡ ਦੇ ਵਿੱਚ ਕਹਿੰਦੇ ਆਪਣੇ ਰਾਜ ਦੇ ਵਿੱਚ 84,000 ਜਿਹੜੇ ਸੀ ਸਤੂਪ ਬਣਾਏ ਸੀਗੇ, ਜਿਸ ਨੂੰ ਅਸੀਂ ਕਹਿ ਦਵਾਂਗੇ ਇੱਕ ਬਾਕਸਿਸ ਦੀ ਤਰ੍ਹਾਂ ਉਹਨਾਂ ਨੇ ਕੁਝ ਚੀਜ਼ਾਂ ਬਣਾਈਆਂ ਸੀਗੀਆਂ। ਉਸ ਤੋਂ ਬਾਅਦ ਹੈਗਾ ਵਾ ਤੁਹਾਡਾ ਕਹਿੰਦੇ ਇੱਥੇ ਬਹੁਤ ਸਾਰੇ ਆਰਟਿਸਟ ਵੀ ਇਸ ਤਰ੍ਹਾਂ ਦੇ ਸੀਗੇ ਜਿਨ੍ਹਾਂ ਨੇ ਬਹੁਤ ਅਲੱਗ ਤਰ੍ਹਾਂ ਦੇ ਜਿਹੜੇ ਸੀਗੇ ਡਿਜ਼ਾਈਨ ਵਗੈਰਾ ਜਿਹੜੇ ਸੀਗੇ ਬਣਾਏ ਸੀਗੇ। ਚਟਾਨ ਤੁਸੀਂ ਸਮਝਦੇ ਹੋ, ਜਿਹਨੂੰ ਕਿ ਮਤਲਬ ਬਹੁਤ ਜ਼ਿਆਦਾ ਹੈਵੀ ਮਟੀਰੀਅਲ ਦੀ ਜਿਹੜੀ ਹੁੰਦੀ ਹੈਗੀ ਉਸਨੂੰ ਕੱਟ ਕੇ ਉਸ ਦੇ ਉੱਤੇ ਨਕਸ਼ੇ ਬਣਾਏ, ਉਸ ਦੇ ਉੱਤੇ ਡਿਜ਼ਾਈਨ ਕ੍ਰੀਏਟ ਕੀਤੇ ਸੀ। ਹੁਣ ਤਾਂ ਅਸੀਂ ਨਾਰਮਲ ਦੀਵਾਰਾਂ ਖੜੀਆਂ ਕਰਦੇ ਨਾ ਵਾਲਸ ਖੜੀਆਂ ਕਰ ਦਿੰਦੇ ਆ, ਉਹ ਵੱਡੀਆਂ ਚਟਾਨ ਦੇ ਉੱਤੇ ਹੀ ਬਹੁਤ ਅੱਛੀ ਜਿਹੜੀ ਡੈਕੋਰੇਸ਼ਨ ਹੈਗੀ ਆ ਉਹ ਕਰ ਦਿੰਦੇ ਸੀ। ਡੈਕੋਰੇਸ਼ਨ ਦੇ ਤੌਰ ਤੇ ਮੈਂ ਤੁਹਾਨੂੰ ਦੱਸਾਂ ਤੇ ਉਹ ਮੂਰਤੀਆਂ ਬਣਾ ਦਿੰਦੇ ਸੀ ਉਹਨਾਂ ਦੀਆਂ, ਠੀਕ ਹੈ। ਪੁਰਾਣੇ ਟਾਈਮ ਪੀਰੀਅਡ ਦੀਆਂ ਅਗਰ ਤੁਸੀਂ ਦੇਖੋ ਕਿ ਜਿਹੜੀਆਂ ਮੂਰਤੀਆਂ ਵਗੈਰਾ ਬਣੀਆਂ ਹੁੰਦੀਆਂ ਨੇ ਬਹੁਤ ਜ਼ਿਆਦਾ ਬਰੀਕੀ ਦੇ ਨਾਲ ਉਹਦੇ ਨਾਲ ਹੱਥਾਂ ਦੇ ਨਾਲ ਕੰਮ ਕੀਤਾ ਗਿਆ ਹੁੰਦਾ, ਕਿਉਂਕਿ ਉਸ ਟਾਈਮ ਪੀਰੀਅਡ ਦੇ ਵਿੱਚ ਅਗਰ ਮੈਂ ਤੁਹਾਨੂੰ ਕਹਾਂ ਕਿ ਮਸ਼ੀਨਸ ਵਗੈਰਾ ਹੁੰਦੀਆਂ ਸੀ ਤੇ ਦੈਟ ਇਜ਼ ਨਾਟ ਪੋਸੀਬਲ, ਠੀਕ ਹੈ। ਇਹ ਤਾਂ ਚੀਜ਼ ਪੋਸੀਬਲ ਹੀ ਨਹੀਂ ਲੱਗਦੀ, ਹੱਥਾਂ ਦੇ ਨਾਲ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਬਣਾਈਆਂ ਗਈਆਂ ਸੀਗੀਆਂ। ਕਹਿੰਦੇ ਕਿ ਨੈਕਸਟ ਹੈਗਾ ਵਾ ਤੁਹਾਡਾ ਆਰਟ ਆਫ ਪੋਲਿਸ਼ਿੰਗ। ਕਹਿੰਦੇ ਪੋਲਿਸ਼ ਕਰਨ ਦੀ ਕਲਾ, ਕਹਿੰਦੇ ਕਿ ਪੋਲਿਸ਼ ਕਰਨ ਦੀ ਜਿਹੜੀ ਕਲਾ ਸੀਗੀ ਕਹਿੰਦੇ ਉਹਦੀ ਬਰਾਬਰੀ ਤਾਂ ਮੌਰੀਆ ਟਾਈਮ ਪੀਰੀਅਡ ਤੋਂ ਲੈ ਕੇ ਹੁਣ ਤੱਕ ਦੇ ਟਾਈਮ ਪੀਰੀਅਡ ਦੇ ਵਿੱਚ ਕੋਈ ਨਹੀਂ ਕਰ ਸਕਦਾ। ਕਹਿੰਦੇ ਇੰਨੇ ਅੱਛੇ ਢੰਗ ਦੇ ਨਾਲ ਪੋਲਿਸ਼ ਕੀਤੀਆਂ ਜਾਂਦੀਆਂ ਸੀ ਕਿ ਅੱਜ ਦੇ ਟਾਈਮ ਪੀਰੀਅਡ ਵਿੱਚ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਚਮਕ ਐਜ਼ ਇਟ ਇਜ਼ ਜਿਹੜੀ ਹੈਗੀ ਆ ਬਰਕਰਾਰ ਹੈਗੀ ਆ, ਠੀਕ ਹੈ। ਉਸ ਤੋਂ ਬਾਅਦ ਤੁਹਾਡਾ ਹੈਗਾ ਵਾ ਕਹਿੰਦੇ ਕਿ ਅੰਗਰੇਜ਼ ਜਿਹੜੇ ਸੀਗੇ ਮੌਰੀਆ ਟਾਈਮ ਪੀਰੀਅਡ ਤੋਂ ਬਾਅਦ ਜਿਹੜੇ ਅੰਗਰੇਜ਼ ਉਸ ਟਾਈਮ ਪੀਰੀਅਡ ਦੇ ਵਿੱਚ ਆਏ ਸੀ ਉਹ ਵੀ ਦੇਖ ਕੇ ਹੈਰਾਨ ਰਹਿ ਗਏ ਸੀਗੇ ਕਿ ਇੰਨਾ ਜ਼ਿਆਦਾ ਅੱਛਾ ਜਿਹੜਾ ਹੈਗਾ ਵਾ ਕਿਸਨੇ ਡੈਕੋਰੇਟ ਕੀਤਾ ਹੋਏਗਾ ਇਹਨਾਂ ਸਾਰੀਆਂ ਚੀਜ਼ਾਂ ਨੂੰ। ਨੈਕਸਟ ਹੈਗਾ ਆਰਟ ਆਫ ਜਵੈਲਰੀ। ਅਗਰ ਮੈਂ ਜਵੈਲਰੀ ਦੀ ਗੱਲ ਕਰਾਂ ਤਾਂ ਉਸ ਟਾਈਮ ਪੀਰੀਅਡ ਦੇ ਵਿੱਚ ਜਿਹੜੀ ਜਵੈਲਰੀ ਸੀਗੀ ਵੂਮਨਸ ਦੇ ਲਈ ਉਹ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦੀ ਸੀਗੀ, ਠੀਕ ਹੈ। ਸੋਨਾ ਚਾਂਦੀ ਦੇ ਗਹਿਣੇ ਜਿਹੜੇ ਸੀਗੇ ਉਹਨਾਂ ਦੇ ਲਈ ਬਹੁਤ ਜ਼ਿਆਦਾ ਕਹਿ ਲਓ ਕਿ ਮਾਇਨੇ ਰੱਖਦੇ ਸੀਗੇ, ਠੀਕ ਹੈ। ਸਿੱਕਿਆਂ ਦੇ ਉੱਤੇ ਵੀ ਡੈਕੋਰੇਟ ਕੀਤਾ ਜਾਂਦਾ ਸੀਗਾ, ਠੀਕ ਹੈ। ਕਹਿੰਦਾ ਇਹ ਜਿਹੜੇ ਸਿੱਕੇ ਹੁੰਦੇ ਸੀ, ਜਿਹੜੇ ਕੁਆਇਨ ਹੁੰਦੇ ਸੀ, ਉਹਦੇ ਉੱਤੇ ਇੱਕ ਹਿਊਮਨ, ਇੱਕ ਜਾਨਵਰ, ਠੀਕ ਹੈ, ਐਨੀਮਲ, ਸੂਰਜ, ਠੀਕ ਹੈ, ਸਨ, ਚੰਦ,
ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਮੂਨ ਮਤਲਬ ਕਿ ਤੇ ਟਰੀਜ਼ ਦਰਖਤ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਕੁਆਇਨਸ ਦੇ ਉੱਤੇ ਮਿਲਦੀਆਂ ਸੀਗੀਆਂ। ਠੀਕ ਹੈ, ਸੋ ਇਸ ਤਰ੍ਹਾਂ ਦੀਆਂ ਅਸੀਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਗੇਨ ਕਰਦੇ ਹਾਂ। ਫਿਰ ਕਹਿੰਦੇ ਐਜੂਕੇਸ਼ਨ ਸਿਸਟਮ ਬਹੁਤ ਜ਼ਿਆਦਾ ਅੱਛਾ ਸੀ, ਲੋਕ ਬਹੁਤ ਜ਼ਿਆਦਾ ਪੜ੍ਹੇ ਲਿਖੇ ਸੀ। ਤਕਸ਼ੀਲਾ ਬਨਾਰਸ ਉੱਥੋਂ ਦੀਆਂ ਯੂਨੀਵਰਸਿਟੀ ਸੀਗੀਆਂ, ਲੋਕ ਵਿਦੇਸ਼ਾਂ ਤੋਂ ਵੀ ਇੱਥੇ ਸਿੱਖਿਆ ਪ੍ਰਾਪਤ ਕਰਨ ਦੇ ਲਈ ਆਉਂਦੇ ਸੀਗੇ। ਠੀਕ ਹੈ, ਕਹਿੰਦੇ ਕਿ ਐਜੂਕੇਸ਼ਨ ਸਿਸਟਮ ਜਿਹੜਾ ਸੀਗਾ ਬਹੁਤ ਹੀ ਜ਼ਿਆਦਾ ਬੈਸਟ ਸੀਗਾ ਰੈਦਰ ਦੈਨ ਦਾ ਅਦਰ ਟਾਈਮ ਪੀਰੀਅਡਸ, ਬਿਕੋਜ਼ ਇੱਥੇ ਜਿਹੜੀਆਂ ਸੀ ਯੂਨੀਵਰਸਿਟੀਜ਼ ਤੱਕ ਬਣਾਈਆਂ ਗਈਆਂ ਸੀ। ਲੋਕ ਬਹੁਤ ਦੂਰ ਦੂਰ ਤੋਂ ਇਹਨਾਂ ਯੂਨੀਵਰਸਿਟੀਜ਼ ਦੇ ਵਿੱਚ ਐਜੂਕੇਸ਼ਨਸ ਨੂੰ ਅਚੀਵ ਕਰਨ ਦੇ ਲਈ ਆਉਂਦੇ ਸੀ। ਆਈ ਹੋਪ ਸੋ ਕਿ ਮੌਰੀਆ ਟਾਈਮ ਪੀਰੀਅਡ ਦੀ ਇਕਨੋਮਿਕ ਕੰਡੀਸ਼ਨ, ਸੋਸ਼ਲ ਕੰਡੀਸ਼ਨ, ਉੱਥੋਂ ਦੀ ਆਰਟ ਵਰਕ ਐਂਡ ਐਜੂਕੇਸ਼ਨ ਸਿਸਟਮ ਜਿਹੜਾ ਹੈਗਾ ਤੁਹਾਨੂੰ ਸਮਝ ਆ ਗਿਆ ਹੋਊਗਾ। ਅਗਰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਪ੍ਰੋਬਲਮ ਹੈ ਵਰਡਿੰਗਸ ਦੇ ਵਿੱਚ ਜਾਂ ਸਮਥਿੰਗ ਕੁਛ ਵੀ, ਦੈਨ ਯੂ ਕੈਨ ਮੈਸੇਜ ਮੀ। ਆਈ ਹੋਪ ਸੋ ਤੁਹਾਡਾ ਦਿਨ ਚੰਗਾ ਨਿਕਲੇ, ਤੁਹਾਨੂੰ ਜਿਹੜਾ ਇਹ ਟੌਪਿਕ ਹੈਗਾ ਵਾ ਉਹ ਸਮਝ ਆ ਗਿਆ ਹੋਏਗਾ। ਸੋ ਮਿਲਦੇ ਹਾਂ ਇੱਕ ਨੈਕਸਟ ਟੌਪਿਕ ਦੇ ਨਾਲ। ਧੰਨਵਾਦ।